ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਣ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ ਗੁਰ ਨਾਨਕ ਪਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰਾਂ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਨ ਹਿਰਦੈ ਨਿਤ ਧਿਆਨ ਗੁਰ ਰਾਮਦਾਸ ਗੁਣ ਗਾਉ ਗੁਰ ਅਰਜਨ ਬਿਘਨ ਨ ਕੇ ਨਾਸਕ ਬਿਘਨ ਨ ਕੇ ਨਾਸਕ ਗੁਰ ਹਰਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਗੁਰੂ ਗੋਬਿੰਦ ਸਿੰਘ ਬਿਸਾਲਾ ਧਰਮ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰਾ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਣ ਸੋਏ
ਏਕ ਓੰਕਾਰ ਸਤਿਗੁਰੂ ਜੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਦੋਹਰਾ ਲੈ ਕਰ ਅਦਲੇ ਸੰਗ ਮੈਂ ਗੁਰ ਮਹਿਮਾ ਔਰ ਤਾਰ। ਅਮਿਤਾਲ ਪਹੁੰਚਤ ਭਏ ਜਾਗੇ ਭਾਗ ਉਧਾਰ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜਹਰਾ ਜਹੂਰ ਸ਼ਬਦ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ 6ਵੇਂ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਲੈ ਕਰ ਅਦਲੇ ਸੰਗ ਮੈਂ ਗੁਰ ਮਹਿਮਾ ਔਰ ਤਾਰ। ਅਮਿਤਾਲ ਪਹੁੰਚਤ ਭਏ ਜਾਗੇ ਭਾਗ ਉਧਾਰ। ਕਵਿਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖਦੇ ਨੇ ਕਿ ਜਿਵੇਂ ਕੱਲ ਪਿਛਲੇ ਪ੍ਰਕਰਨਾਂ ਦੇ ਅੰਦਰ ਆਪ ਜੀ ਨੇ ਸਰਵਣ ਕੀਤਾ, ਭਾਈ ਬਿਧੀ ਚੰਦ ਜੀ ਆਪਣੀ ਕਥਾ ਆਪ ਆਪਣੀ ਜ਼ੁਬਾਨੀ ਗੁਰੂ ਸਾਹਿਬ ਜੀ ਨੂੰ ਤੇ ਮਾਤਾਵਾਂ ਨੂੰ ਸੁਣਾ ਰਹੇ ਨੇ ਕਿ ਪਹਿਲੋਂ ਕਿਹੜੇ ਢੰਗ ਦੇ ਨਾਲ ਮੈਂ ਚੋਰੀ ਕਰਦਾ ਸੀ, ਮੱਝਾਂ ਚੋਰੀ ਕੀਤੀਆਂ, ਭਾਈ ਅਜ਼ਲੀ ਦੀ ਸੰਗਤ ਹੋਈ, ਉਸ ਵੇਲੇ ਮੇਰੀ ਇੱਜ਼ਤ ਪੱਤ ਰਹੀ। ਔਰ ਭਾਈ ਅਜ਼ਲੀ ਦੇ ਕੋਲ ਮੈਂ ਕਿਹਾ ਕਿ ਅੱਜ ਤੋਂ ਬਾਅਦ ਇਹ ਕੰਮ ਨਹੀਂ ਕਰਾਂਗਾ, ਕਿਉਂਕਿ ਮੱਝਾਂ ਲਿਆਇਆ ਸੀ, ਉਹਨੂੰ ਆਪਣੇ ਘਰ ਰੱਖਦਾ ਜਾਂ ਵੇਚਦਾ, ਪਰ ਉਹ ਜਿਹੜੀਆਂ ਚੋਰੀ ਦੀਆਂ ਮੱਝਾਂ ਨੇ ਉਹ ਧਰਮਸ਼ਾਲਾ ਦੇ ਵਿੱਚ ਦੇ ਦਿੱਤੀਆਂ। ਔਰ ਭਾਈ ਅਜ਼ਲੀ ਨੂੰ ਨਾਲ ਲੈ ਕੇ ਭਾਈ ਬਿਧੀ ਚੰਦ ਗੁਰੂ ਸਾਹਿਬ ਦੇ ਕੋਲ ਅੰਮ੍ਰਿਤਸਰ ਪਹੁੰਚਿਆ। ਅੱਜ ਅਗਲਾ ਦੂਸਰਾ ਅਧਿਆਇ 8ਵੀਂ ਰਾਸ ਦਾ ਦੂਸਰਾ ਅਧਿਆਇ ਸ਼ੁਰੂ ਕਰਦੇ ਹੋਇਆ ਕਵੀ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਭਾਈ ਬਿਧੀ ਚੰਦ ਕਥਾ ਸੁਣਾਉਂਦਾ ਹੈ ਕਿ ਮੈਂ ਭਾਈ ਅਜ਼ਲੀ ਨੂੰ ਨਾਲ ਲੈ ਕੇ ਗੁਰੂ ਸਾਹਿਬ ਦੀ ਮਹਿਮਾ ਵਿਚਾਰਦੇ ਹੋਏ ਅੰਮ੍ਰਿਤਸਰ ਪਹੁੰਚੇ। ਔਰ ਮੇਰੇ ਵੱਡੇ ਭਾਗ ਸਨ ਕਿ ਭਾਈ ਅਜ਼ਲੀ ਦੀ ਸੰਗਤ ਹੋਈ, ਜਿਹਦੇ ਕਰਕੇ ਮੈਂ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਪਹੁੰਚਿਆ। ਆਗੇ ਸ੍ਰੀ ਅਰਜਨ ਗੁਰੂ ਵਿੱਚ ਸਭਾ ਸੁਹਾਏ। ਤੇ ਭਾਈ ਬਿਧੀ ਚੰਦ ਜੀ ਦੱਸ ਰਹੇ ਨੇ ਕਿ ਜਦੋਂ ਮੈਂ ਭਾਈ ਅਜ਼ਲੀ ਜੀ ਨੂੰ ਨਾਲ ਲੈ ਕੇ ਆਇਆ, ਅੱਗੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀਵਾਨ ਦੇ ਵਿੱਚ ਸਨ, ਸਭਾ ਲੱਗੀ ਹੋਈ ਸੀ, ਸਿੱਖ ਸੰਗਤ ਸਾਹਮਣੇ ਬੈਠੀ ਹੋਈ ਸੀ। ਧਰੀ ਉਪਾਇਣ ਅਗਰ ਕੁਛ ਗਹਿ ਪਦ ਅਰਬਿੰਦਾ। ਤੇ ਬਿਧੀ ਚੰਦ ਜੀ ਦੱਸਦੇ ਨੇ ਕਿ ਮੈਂ ਆਪਣੇ ਵੱਲੋਂ ਕੁਝ ਭੇਟਾ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਰੱਖੀ, ਗੁਰੂ ਸਾਹਿਬ ਦੇ ਚਰਨਾਂ ਨੂੰ ਸਪਰਸ਼ ਕੀਤਾ, ਮੱਥਾ ਟੇਕਿਆ। ਟਿਕ ਬੈਠਿਓ ਕਰ ਜੋਰ ਕੈ ਪਿਕ ਦਰਸ ਬਿਲੰਦਾ। ਔਰ ਸਤਿਗੁਰੂ ਦੇ ਨੇੜੇ ਹੱਥ ਜੋੜ ਕੇ ਬੈਠ ਗਿਆ। ਗੁਰੂ ਸਾਹਿਬ ਦੇ ਬੜੇ ਵੱਡੇ ਉਦੋਂ ਮੈਂ ਦਰਸ਼ਨ ਕਰਕੇ ਆਪਣੇ ਵੱਡੇ ਭਾਗ ਜਾਣੇ। ਅਜ਼ਲੇ ਨੇ ਸਭ ਵਾਰਤਾ ਗੁਰ ਢਿੱਗ ਸੁਣ ਨਿਕਟ ਸੁਣਾਈ। ਤੇ ਭਾਈ ਅਜ਼ਲੀ ਜੀ ਨੇ
मेरी चोरी वाली मज्झां वाली सारी गाथा ये गुरु अर्जन देव महाराज जी नूं सुनाई। आयो अब सिख होण को रावर शरणाई। तो जदों भाई अदली जी ने सुनाया सतगुरु जी ने मज्झां चोरी कीतियां सन, रात के समय मेरे को बैठ के तुहाडा सिमरन किया और तुहाडे चरनां 'च अरदास की। तो पिंड वाले दी अखां दे विच ऐसा फर्क पिया कि वही कालियां मज्झां जिहड़ी छप्पड़ विच वड़ियां सन, उन्हां नूं लग्या कि साडियां नहीं ते बुरियां मज्झां ने, साडियां कालियां सन। इस तरह इनकी इज्जत भी बच गई। तो हुण सतगुरु जी तुहाडा सिख होण वास्ते तुहाडे चरनां 'च आया है। रखक दीरघ जानकार जुग लोक मझारा, क्योंकि ये आप जी नूं महिमा नूं जान गया कि आप जी लोक विच भी ते परलोक विच भी केवल आप जी रखिया कर सकते हो, आप जी रखियक बन सकते हो। रहो चाहे टिके आप के लख मुख दुआरा। सतगुरु जी हुण ये विधि चंद तुहाडे कोल ही रहना चाहता है। इनू समझ आ गई कि गुरु साहिब जी कोल रवांगा तो ये जिहड़े चोरी वर्गे काम क्रोध आदिक वर्गे विषय विकार ने, इन्हां तो मुक्ति तां ही होएगी। हुणे मुक्त होना चाहुंदा है। सुनी बेनती गुर दया नित बहु भय प्रसन्न। धन गुरु अर्जन देव महाराज जी ने बेनती सुनी तो भाई बिधि चंद जी सुना रहे ने अपनी कथा भी कि गुरु साहिब जो बड़े प्रसन्न होए, मुस्कराए। चरणामृत मोको दियो कर सिख अनन। गुरु साहिब जी ने मैनू अपना अनन सिख बना लिया, अपने चरणा कमलों की पौल दी तो मैनू अपना बड़ा प्यारा सिख बनाया। उपदेश्यो सतनाम को सिमरन दिन रहना। और गुरु साहिब ने उपदेश दिता कि विधि चंद दिन रात हर वेले परमेश्वर का सिमरन करया करो, उस परमेश्वर नूं चेते विच रखिया करो। कर लेनो मुझे अपनो करना रस नैना। तो भाई बिधि चंद जी कहते ने माता जी गुरु साहिब जी ने मैनू कृपा करके फिर अपना बना लिया। चोरे त्यागो अबै ते आछे मग चालो। और गुरु साहिब जी ने जे बख्शिया तो अगों मार्ग भी पाउंदे ने ना। धन गुरु अर्जन देव महाराज जी ने एक उपदेश पहला दिता कि सतनाम वाहिगुरू का सिमरन दिन रात करना है। तो नाले कह दिता अगों तो अज तो बाद चोरी नहीं करनी, चोरी छड्ड दिओ। क्योंकि जिहड़ी चोरी है भावें किसी भी तरह की होवे, गुरु साहिब जी ने बाणी च कहा है कि चोर के हामा भरे न कोई, चोर किया चंगा क्यों होए। ये काम चंगा तो नहीं ना भाई, चोरी जिहड़ी छड्ड दिओ। गुरु गिरा पठिए सुनो प्रभ हृदय संभालो। गुरु गिरा भाव के गुरु की बाणी, कि गुरु की बाणी पढ़िया करो, गुरु की बाणी सुनिया करो, फिर उन्होंने हिरदे में संभाल के भी रखो, पाओ उस मुताबिक जीवन बनाओ। क्योंकि गुरु साहिब जी ने बाणी च समझाना यही ना, पराया हक नहीं खाना, हक पराया नानका। उस सूअर उस गाय गुर पीर हामा तां पर है। जा मुरदार न खाए तो भाई किसी का हक मार के खाना है मुर्दा खान के बराबर है। ये नहीं करना, गुरु की बाणी को हिरदे च संभालना है। सुन गुरते मैं तब कहो मोह परो सुभाओ। कहते भाई बिधि चंद जी आप ही सुनाते हैं कि मैं गुरु साहब तो सुन के फिर लुकोया कुछ नहीं। भाई बिधि चंद कहता सतगुरु जी ये समझ लो कि जन्म तो लैके बचपन तो मेरा सुभाव ही ऐसा पै गया चोरी करने वाला। तो एकदम तो छड्डना बड़ा औखा होएगा, क्योंकि एक तरह का नशा ही होंदा है ना जी। बंदा चाह पींदा होवे एकदम तो चाह नहीं छड्ड सकता। तो सतगुरु जी बड़ा औखा काम है, ये तो सुभाव बन गया है। छुटे न चोरी चहत चित यह सच अलाऊं। सतगुरु जी हुण तुहाडे कोल आया तो झूठ तो नहीं बोल सकता। सच्ची गल है कि एडी छेती एकदम ये चोरी छुट नहीं सकती, सुभाव बड़ा चंद्रा बनया हुआ है। सुन प्रसन्न बिकसे बदन पुन बाक बखाना। और बस गुरु को आके ईमानदारी नाल अपने अंदर की गल मन लवे, क्योंकि अरदास साडे वर्गे भी करते हैं, आपां भी करने।
ਪਰ ਆਪਣੇ ਅੰਦਰ ਦੀਆਂ ਚਲਾਕੀਆਂ ਆਪਾਂ ਲੁਕੋ ਲੈਂਦੇ ਹਾਂ। ਸਿਰਫ ਜੋ ਕੁਛ ਚਾਹੀਦਾ ਉਹ ਲਿਸਟ ਪੜ੍ਹ ਕੇ ਗੁਰੂ ਸਾਹਿਬ ਨੂੰ ਸੁਣਾ ਦਿੱਤੀ ਕਿ ਸਾਨੂੰ ਇਹ ਕੁਛ ਦੇ ਦਿਓ। ਗੁਰੂ ਸਾਹਿਬ ਜੀ ਬੜੇ ਪ੍ਰਸੰਨ ਹੋਏ ਕਿ ਬਿਧੀ ਚੰਦ ਨੇ ਲੁਕੋਇਆ ਕੁਝ ਨਹੀਂ। ਸੱਚੇ ਗੱਲ ਕਹੀ ਕਿ ਮੈਂ ਸੁਭਾਅ ਐਸਾ ਬਣਿਆ ਕਿ ਛੱਡਣਾ ਬੜਾ ਔਖਾ ਹੈ। ਗੁਰੂ ਸਾਹਿਬ ਜੀ ਨੇ ਖੁਸ਼ ਹੋ ਕੇ ਫਿਰ ਬਚਨ ਕਹੇ, ਕਹਿੰਦੇ ਜੇ ਚੋਰੀ ਤੇ ਹਟਦ ਨ ਹੈ ਇਮ ਕਰੋ ਸੁਜਾਨਾ, ਕਿ ਇਹ ਸੁਜਾਨ ਪੁਰਖ ਜੇ ਚੋਰੀ ਨਹੀਂ ਛੱਡ ਸਕਦਾ ਨਾ ਇੱਕਦਮ, ਫਿਰ ਇਹ ਕੰਮ ਜ਼ਰੂਰ ਕਰੀ। ਇੱਕ ਤੇ ਗਰੀਬ ਮਾਰ ਨਹੀਂ ਕਰਨੀ ਤੇ ਦੂਜਾ ਝੂਠ ਨਹੀਂ ਬੋਲਣਾ। ਇਹਨਾਂ ਤੇ ਕਰ ਸਕਣਾ ਨਾ। ਪਰ ਭਾਈ ਬਿਧੀ ਚੰਦ ਨੂੰ ਉੱਥੇ ਕਹਿੰਦੇ ਮੈਂ ਕਿਹਾ 7 ਬਚਨ ਜੀ। ਰੰਕ ਹੋਏ ਦੁੱਖ ਅਸਨ ਜਿਹੇ ਕੁਛ ਹੱਥ ਨ ਆਵੈ, ਕਿ ਇਹ ਕੰਮ ਕਰਨਾ ਜੇ ਚੋਰੀ ਤੈਨੂੰ ਕਰਨ ਦੀ ਲੋੜ ਪਵੇ ਵੀ ਨਾ, ਆਪਣੇ ਵਾਸਤੇ ਨਹੀਂ, ਕੋਈ ਗਰੀਬ ਹੋਵੇ ਕਿ ਜਿਹਨੂੰ ਰੋਟੀ ਖਾਣ ਵਾਸਤੇ ਵੀ ਨਸੀਬ ਨਾ ਹੁੰਦੀ ਹੋਵੇ, ਧਨ ਪਦਾਰਥ ਕਿਤੋਂ ਨਾ ਮਿਲਦਾ ਹੋਵੇ, ਤੇ ਜੇ ਕਰਨਾ ਹੀ ਤੇ ਫਿਰ ਕਰਕੇ ਉਹਨਾਂ ਦੇ ਵਿੱਚ ਵੰਡਿਆ ਕਰ। ਤਿਸ ਹਿਤ ਕਰ ਉਪਕਾਰ ਕੋ ਅਚ ਕਰ ਤ੍ਰਿਪਤਾਵੈ, ਉਹਨਾਂ ਵਾਸਤੇ ਪਰਉਪਕਾਰ ਵਾਸਤੇ ਜੇ ਕਰੇ ਤੇ ਚੋਰੀ ਵੀ ਪਰਉਪਕਾਰ ਬਣ ਜਾਂਦੀ, ਕਿਉਂਕਿ ਕਿਸੇ ਦੇ ਭਲੇ ਲਈ ਕਰਨਾ ਹੈ। ਗਰੀਬ ਦੇ ਘਰੋਂ ਨਹੀਂ ਕਰਨੀ, ਪਰ ਗਰੀਬ ਦੀ ਲੋੜ ਪੂਰੀ ਕਰਨੀ ਹੈ। ਉਹਨਾਂ ਨੂੰ ਛਕਾ ਕੇ ਜੇ ਛਕ ਵੀ ਲਵੇ ਤੇ ਫਿਰ ਦੋਸ਼ ਕੋਈ ਨਹੀਂ। ਅਦਕ ਧਨੀ ਕੋ ਤਨਕ ਧਨ ਲੈ ਆਵੋ ਤੀਜੈ, ਗਰੀਬ ਵਾਸਤੇ ਲਿਆਉਣਾ ਵੀ ਹੋਵੇ ਤੇ ਫਿਰ ਬਹੁਤ ਅਮੀਰ ਬੰਦਾ ਹੋਵੇ ਤੇ ਉਹਦੇ ਘਰ ਵਿੱਚੋਂ ਜੇ ਥੋੜ੍ਹਾ ਜਿਹਾ ਲੈ ਵੀ ਆਵੋ ਤਾਂ ਉਹਨੂੰ ਜਿੰਦੇ ਨਾਲ ਫਰਕ ਵੀ ਨਾ ਪਵੇ, ਲਿਆ ਕੇ ਫਿਰ ਉਸ ਗਰੀਬ ਨੂੰ ਦੇ ਦੇ, ਉਹਦੇ ਪਰਉਪਕਾਰ ਵੀ ਹੋ ਜਾਂਦਾ, ਕੰਮ ਵੀ ਸਰ ਜਾਏ। ਜੇ ਤਿਆਗੇ ਨਾ ਜਾਏ ਕਥ ਤੋ ਇਸ ਬਿਦ ਕੀਜੈ, ਸਤਿਗੁਰੂ ਕਹਿੰਦੇ ਜੇ ਇੱਕਦਮ ਨਹੀਂ ਛੱਡੀ ਜਾਂਦੀ ਤੇ ਭਾਈ ਫਿਰ ਇਸ ਤਰੀਕੇ ਨਾਲ ਕਰ ਲਿਆ ਕਰ ਕਿ ਜੇ ਚੋਰੀ ਕਰਨੀ ਵੀ ਹੈ ਕਰਕੇ ਗਰੀਬਾਂ ਦੇ ਵਿੱਚ ਵੰਡਣੀ, ਜਿਹੜੇ ਸੱਚਮੁੱਚ ਹੀ ਲੋੜਵੰਦ ਹੋਣ, ਤੇ ਜਿਹਦੇ ਘਰੋਂ ਕਰਨੀ ਉਹ ਆਪ ਹੀ ਗਰੀਬ ਨਾ ਹੋਵੇ, ਤੇ ਇੰਨੇ ਕੁ ਕਰਨੀ ਕਿ ਉਹਨੂੰ ਜਿਹਦੇ ਨਾਲ ਉਹਦੇ ਨਾਲੋਂ ਫਰਕ ਵੀ ਨਾ ਪਵੇ। ਸੁਣ ਸਤਿਗੁਰੂ ਉਪਦੇਸ਼ ਕੋ ਮੈਂ ਧਾਰਨ ਕੀਨਾ, ਤੇ ਭਾਈ ਬਿਧੀ ਚੰਦ ਜੀ ਆਪ ਹੀ ਸੁਣਾ ਰਹੇ ਨੇ। ਮਾਤਾ ਮਰਵਾਹੀ ਜੀ ਨੂੰ, ਮਾਤਾ ਨਾਨਕੀ ਜੀ ਨੂੰ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਉਹਨਾਂ ਦੇ ਘਰ ਵਿੱਚ ਬੈਠ ਕੇ ਆਪਣੀ ਕਥਾ ਆਪ ਹੀ ਸੁਣਾ ਰਹੇ ਨੇ ਕਿ ਗੁਰੂ ਸਾਹਿਬ ਦਾ ਉਪਦੇਸ਼ ਸੁਣ ਕੇ ਫਿਰ ਮੈਂ ਤੇ ਧਾਰਨ ਕਰ ਲਿਆ। ਕੇਤਕ ਦਿਨ ਨਿਕਟੇ ਰਹਿਓ ਸੇਵਾ ਚਿਤ ਦੀਨਾ, ਕਹਿੰਦੇ ਕੁਝ ਦਿਨ ਫਿਰ ਮੈਂ ਗੁਰੂ ਸਾਹਿਬ ਜੀ ਦੇ ਨੇੜੇ ਰਹਿ ਕੇ ਸੇਵਾ ਕੀਤੀ। ਪੁਨ ਅਦਲੀ ਕੇ ਸੰਗ ਮੈਂ ਕਰ ਚੌਂਪ ਵਿਸਾਲੀ, ਫਿਰ ਭਾਈ ਅਦਲੀ ਦੇ ਨਾਲ ਮੈਂ ਬੜੇ ਹੁਲਾਸ ਦੇ ਨਾਲ, ਚਾਅ ਦੇ ਨਾਲ ਆਪਣੇ ਪਿੰਡ ਆਇਆ। ਕਮਣੇ ਉਹ ਆਪਣੇ ਨਾਨਕੇ ਗ੍ਰਾਮ ਜੋ ਸਿਰਹਾਲੀ, ਭਾਈ ਬਿਧੀ ਚੰਦ ਕਹਿੰਦੇ ਮੈਂ ਸਿਰਹਾਲੀ ਆਪਣੇ ਨਾਨਕੇ ਪਿੰਡ ਹੀ ਰਹਿੰਦਾ ਸੀ, ਸ਼ੁਰੂ ਤੋਂ ਲੈ ਕੇ ਉੱਥੇ ਰਿਹਾ। ਜਬ ਕਬ ਰੁਚ ਉਪਜਾ ਹਿਰਦੈ ਗਮਨੋ ਹਿਤ ਚੋਰੀ, ਤੇ ਉਹ ਜਿਹੜਾ ਇੱਕ ਨਸ਼ਾ ਇੱਕ ਤਰ੍ਹਾਂ ਦਾ ਸੁਭਾਅ ਬਣਿਆ ਸੀ, ਜਦੋਂ ਕਦੀ ਹੌਲ ਪੈਂਦਾ ਸੀ ਤੇ ਭਾਈ ਬਿਧੀ ਚੰਦ ਕਹਿੰਦਾ ਮੈਂ ਚੋਰੀ ਵਾਸਤੇ ਵੀ ਚਲੇ ਜਾਂਦਾ ਸੀ। ਰੰਕਣ ਕੋ ਪਿਖ ਦੇ ਤਪਾ ਔਰ ਗੁਰ ਪਗ ਡੋਰੀ, ਪਰ ਮੈਂ ਗੁਰੂ ਸਾਹਿਬ ਦੇ ਬਚਨਾਂ ਨੂੰ ਕਮਾਇਆ ਜ਼ਰੂਰ ਹੈ, ਚੋਰੀ ਕੀਤੀ ਜ਼ਰੂਰ, ਲਿਆ ਕੇ ਗਰੀਬਾਂ ਦੇ ਵਿੱਚ ਵੰਡ ਦਿੱਤੀ। ਉਹਦੇ ਵਿੱਚੋਂ ਇੱਕ ਵੀ ਪੈਸਾ ਫਿਰ ਆਪਣੇ ਘਰ ਨਹੀਂ ਲੈ ਕੇ ਗਿਆ, ਆਪ ਨੇ ਉਹਦੇ ਵਿੱਚੋਂ ਖਾਧਾ। ਇੱਕ ਦਿਨ ਮੈਂ ਬੈਠੇ ਹੋ ਤੋ ਆਈ ਦਿਜ ਨਾਰੀ, ਭਾਈ ਬਿਧੀ ਚੰਦ ਕਹਿੰਦਾ ਕਿ ਇੱਕ ਦਿਨ ਮੈਂ ਇਸੇ ਤਰ੍ਹਾਂ ਆਪਣੇ ਘਰ ਵਿੱਚ ਬੈਠਾ ਹੋਇਆ ਸੀ, ਇੱਕ ਮੇਰੇ ਕੋਲ ਮਾਈ ਆਈ, ਬ੍ਰਾਹਮਣ ਦੇ ਘਰ ਵਾਲੀ। ਕਹਿਤ ਭਾਈ ਨਿਜ ਵਾਰਤਾ ਚਿਤ ਅਦਕ ਦੁਖਾਰੀ, ਬੜੀ ਦੁਖੀ ਸੀ। ਔਰ ਪਿੰਡਾਂ ਦੇ ਵਿੱਚ ਆਮ ਹੀ ਹੁੰਦਾ ਕਿ ਇੱਕ ਦੂਜੇ ਨਾਲ ਗੱਲਬਾਤ ਆਪਣੇ ਦੁੱਖ ਦੀ ਕਰ ਲੈਂਦੀ, ਕਿ ਮੇਰੇ ਕੋਲ ਬੈਠ ਕੇ ਉਹਨੇ ਬੜੀ ਦੁੱਖ ਦੇ ਨਾਲ ਗੱਲ ਸ਼ੁਰੂ ਕੀਤੀ ਕਿ ਭਰਾਵਾ ਕੀ ਦੱਸਾਂ, ਬੜੀ ਦੁਖੀ ਆ। ਭਾਈ ਬਿਧੀ ਚੰਦ ਇੱਕਦਮ ਚੁਕੰਨੇ ਹੋਏ ਤੇ ਕਹਿੰਦੇ ਮਾਂ ਦੁੱਖ ਕੀ ਹੈ, ਭੈਣੇ ਤੈਨੂੰ ਦੁੱਖ ਕੀ ਹੈ? ਸੁਣੋ ਗੁਰੂ ਸਿੱਖ ਮੈਂ ਸੁਣਿਓ ਤੁਮਰੋ ਜਸ ਆਛੋ, ਤੇ ਉਸ ਬ੍ਰਾਹਮਣ ਦੇ ਘਰ ਵਾਲੇ ਨੇ ਕਿਹਾ ਕਿ ਵੀਰਾ ਤੂੰ ਗੁਰੂ ਦਾ ਸਿੱਖ ਹੈ,
ਔਰ ਮੈਂ ਸੁਣਿਆ ਕਿ ਤੂੰ ਪਰਉਪਕਾਰ ਵੀ ਕਰਨਾ, ਭਲਾ ਵੀ ਕਰਨਾ ਹੈ। ਦੀਨਨ ਪਰ ਉਪਕਾਰ ਕੋ ਕਰਪੇ ਨਿਤ ਬੰਛੋ, ਦੀਨਾਂ ਉੱਤੇ ਗਰੀਬਾਂ ਉੱਤੇ ਤੁਸੀਂ ਪਰਉਪਕਾਰ ਕਰਦੇ ਹੋ। ਇਹ ਮੈਂ ਤੁਹਾਡੇ ਬਾਰੇ ਬੜਾ ਸੁਣਿਆ ਹੈ। ਔਰ ਉਸ ਮਾਈ ਨੂੰ ਇੰਨਾ ਵੀ ਪਤਾ ਸੀ ਜਿੱਥੋਂ ਮੰਗਣ ਆਈ ਹੈ, ਕਿਉਂਕਿ ਘਰ ਭਾਈ ਬਿਧੀ ਚੰਦ ਦਾ ਕੋਈ ਬਹੁਤਾ ਵੱਡਾ ਨਹੀਂ ਸੀ। ਵੇਖਣ 'ਚ ਲੱਗਦਾ ਸੀ ਕਿ ਇੰਨਾ ਕੁਛ ਨਹੀਂ, ਪਰ ਬਿਧੀ ਚੰਦ ਜੀ ਕੁਛ ਕਰ ਸਕਦੇ ਨੇ, ਮਦਦ ਕਰ ਸਕਦੇ ਨੇ। ਤਾਰਦ ਹਮਰੇ ਬਦਨ ਬਹੋ ਨਹਿ ਪਾਏ ਆਹਾਰਾ। ਹੁਣ ਇਹ ਬੀਬੀ ਕਹਿੰਦੀ ਕਿ ਭਾਈ ਵੀਰਾ, ਘਰ ਦੇ ਵਿੱਚ ਗਰੀਬੀ ਇੰਨੀ ਜ਼ਿਆਦਾ ਹੈ ਕਿ ਰੋਟੀ ਵੀ ਇੱਕ ਟਾਈਮ ਦੀ ਵੀ ਨਸੀਬ ਨਹੀਂ ਹੁੰਦੀ। ਬਸਨ ਯਾਦ ਤੇ ਥੁਰ ਗਏ ਅਤ ਮੰਦ ਗੁਜ਼ਾਰਾ। ਬਸ ਇੰਨਾ ਮੰਦਾ ਹਾਲ ਹੈ, ਗੁਜ਼ਾਰਾ ਨਹੀਂ ਹੁੰਦਾ, ਰੋਟੀ ਤੋਂ ਵੀ ਰਹਿ ਗਏ ਹੁਣ ਤੇ। ਸੁਤਾ ਕੁਮਾਰੇ ਉਚਿਤ ਬਾਰ ਦੇਖੇ ਦੁੱਖ ਪਾਵੈ। ਘਰ ਦੇ ਵਿੱਚ ਜਵਾਨ ਧੀ ਹੈ, ਵਿਆਹੁਣ ਦੇ ਯੋਗ ਹੈ, ਉਹਨੂੰ ਵੇਖ ਵੇਖ ਕੇ ਹੋਰ ਦੁਖੀ ਹੁੰਦੀ ਆ ਕਿ ਰੋਟੀ ਖਾਣ ਨੂੰ ਨਹੀਂ ਮਿਲਦੀ, ਧੀ ਦਾ ਵਿਆਹ ਕਰਨਾ ਹੈ ਤੇ ਇਹ ਕਿਵੇਂ ਹੋਵੇਗਾ। ਹੋਤ ਆਹਾਰ ਨਾ ਪ੍ਰਾਪਤੇ ਦੂਸਰ ਦਿਨ ਖਾਵੈ। ਜੇ ਇੱਕ ਦਿਨ ਮਿਲ ਜਾਂਦਾ ਹੈ ਤੇ ਦੂਜੇ ਦਿਨ ਨਹੀਂ ਮਿਲਦਾ। ਇੱਕ ਦਿਨ ਛੱਡ ਕੇ ਦੂਜੇ ਦਿਨ ਇੱਕ ਵਕਤ ਦੀ ਰੋਟੀ ਖਾਂਦੇ ਆ। ਨਿਸ ਦਿਨ ਚਿੰਤਾ ਮਹਿ ਬਿਤਹੇ ਹੋਤ ਨਾ ਉਪਚਾਰਾ। ਦਿਨ ਰਾਤ ਭਰਾਵਾ ਚਿੰਤਾ ਦੇ ਵਿੱਚ ਹੀ ਲੰਘਦਾ ਹੈ, ਯਤਨ ਕੋਈ ਨਹੀਂ ਹੁੰਦਾ। ਦਿਹਾੜੀ ਕਿਤੇ ਨਹੀਂ ਮਿਲਦੀ, ਕੰਮ ਮਿਲਦਾ ਨਹੀਂ ਜੀ, ਕਿਤੇ ਮਿਲਦਾ ਹੈ ਇੱਕ ਦਾ ਦਿਨ ਮਿਲਦਾ, 2-4 ਦਿਨ ਫਿਰ ਖਾਲੀ। ਜਿਸ ਤੇ ਵਿਆਹੋਂ ਸੁਤਾ ਨਿਜ ਦੇ ਤਿਨੇ ਆਹਾਰਾ। ਤੇ ਭਰਾਵਾ ਜੇ ਕਿਤੇ ਧੀ ਵਾਸਤੇ ਘਰ ਵੇਖ ਵੀ ਲਵਾਂ, ਵਿਆਹ ਰੱਖ ਵੀ ਦਿਆਂ, ਜਿਹੜੇ ਵਿਆਹੁਣ ਵਾਸਤੇ ਆਉਣਗੇ ਘੱਟੋ ਘੱਟ ਉਹਨਾਂ ਨੂੰ ਖਾਣ ਵਾਸਤੇ ਰੋਟੀ ਤਾਂ ਦੇਣੀ ਹੈ ਨਾ। ਇੰਨਾ ਕੁ ਤਾਂ ਹੋਵੇ ਕਿ ਉਹਨਾਂ ਨੂੰ ਰੋਟੀ ਦੇ ਸਕਾਂ। ਸੁਣ ਬੂਝੇ ਕਹੋ ਸਾਚ ਅਬ ਕਿਤਕ ਧਨ ਲੈ ਕੇ। ਇਹ ਸੁਣ ਕੇ ਭਾਈ ਬਿਧੀ ਚੰਦ ਕਹਿੰਦਾ ਕਿ ਮਾਈ, ਤੂੰ ਇਹ ਦੱਸ ਕਿ ਕਿੰਨਾ ਕੁ ਧਨ ਚਾਹੀਦਾ ਹੈ ਕਿ ਜਿਹਦੇ ਨਾਲ ਧੀ ਦਾ ਸੋਹਣਾ ਜਿਹਾ ਵਿਆਹ ਹੋ ਜੇ, ਰੋਟੀ ਪਾਣੀ ਵੀ ਹੋ ਜੇ, ਕੋਈ ਪਲੰਗ ਪੀੜਾ ਵੀ ਬਣ ਜੇ। ਬਸ ਇਹ ਦੱਸ ਕਿ ਕਿੰਨੇ ਕੁ ਨਾਲ ਘੱਟੋ ਘੱਟ ਵਿਆਹ ਹੋ ਸਕਦਾ ਹੈ। ਕਾਰਜ ਕੋ ਪੂਰਾ ਕਰਹਿ ਸਭ ਕੋ ਹਰਖੈ ਕੈ। ਭਾਈ ਬਿਧੀ ਚੰਦ ਕਹਿੰਦਾ ਕਿ ਉਸ ਭੈਣ ਨੂੰ ਮੈਂ ਹੌਸਲਾ ਦਿੱਤਾ, ਕੋਈ ਨਹੀਂ ਭੈਣੇ, ਇਹ ਕਾਰਜ ਤੁਹਾਡਾ ਪੂਰਾ ਕਰਾਂਗੇ, ਤੂੰ ਹੌਸਲਾ ਰੱਖ, ਸਾਰਿਆਂ ਨੂੰ ਖੁਸ਼ ਕਰਾਂਗੇ। ਲੰਗਰ ਪਾਣੀ ਜਿਹੜਾ ਪ੍ਰਸ਼ਾਦਾ ਸੋਹਣਾ ਛਕਾਵਾਂਗੇ। ਸਰਬ ਸੋ ਵਿਆਹ ਸਮਾਜ ਕੋ ਕਰ ਪੂਰਨ ਆਛੇ। ਤੇ ਭਾਈ ਬਿਧੀ ਚੰਦ ਕਹਿੰਦੇ ਨੇ ਇਹ ਨਹੀਂ ਇਕੱਲੀ ਰੋਟੀ ਨਹੀਂ, ਵਿਆਹ ਦੇ ਵਿੱਚ ਜਿਹੜੀ ਜ਼ਰੂਰੀ ਚੀਜ਼ਾਂ ਚਾਹੀਦੀਆਂ ਨੇ, ਕੋਈ 2-4 ਕੱਪੜੇ ਬਣਾਉਣੇ ਨੇ, ਕੋਈ ਪਲੰਗ, ਕੋਈ ਪੀੜਾ, ਕੋਈ ਬਿਸਤਰਾ, ਚੰਗੀ ਤਰ੍ਹਾਂ ਪੂਰਾ ਸਾਰਾ ਕੰਮ ਹੋਵੇ। ਕਿਤਕ ਦਰਬ ਤੇ ਹੋਏ ਗੋ ਕਹੋ ਚਿਤਕੀ ਪੰਛੇ। ਤੇ ਭੈਣੇ ਦੱਸ ਉਹ ਘੱਟੋ ਘੱਟ ਕਿੰਨੇ ਕੁ ਪੈਸੇ ਨਾਲ ਹੋ ਸਕਦਾ ਹੈ, ਤੈਨੂੰ ਕਿੰਨੇ ਕੁ ਚਾਹੀਦੇ ਨੇ। ਤਿਜ ਬਣਤਾ ਬੋਲੀ ਤਪਹਿ 5 ਸੈ ਧਨ ਪਾਊਂ। ਇਹ ਸੁਣ ਕੇ ਕਹਿੰਦੇ ਉਹ ਬ੍ਰਾਹਮਣ ਦੇ ਕਾਲੇ ਨੇ ਕਿਹਾ ਕਿ ਵੀਰਾ ਭਰਾਵਾ, ਜੇ ਛੋਟੇ ਤੋਂ ਛੋਟਾ ਵੀ ਕਰੀਏ, ਰੋਟੀ ਪਾਣੀ ਚੰਗੀ ਕਰੀਏ ਤੇ ਘੱਟੋ ਘੱਟ 500 ਰੁਪਏ ਤੇ ਚਾਹੀਦਾ ਹੈ। ਔਰ 500 ਰੁਪਏ 'ਚ ਉਦੋਂ ਚੰਗਾ ਵਿਆਹ ਹੋ ਜਾਂਦਾ ਸੀ। ਸੁਣ ਮੈਂ ਤਿਸ ਤੇ ਕੋ ਤਬ ਕਹਿਓ ਤਨ ਦੇਵੋ ਤੋਹੀ। ਮਹਾ ਫਰਾਗਤ ਸਾਥ ਮੈਂ ਨਿਜ ਸੁਤਾ ਉਠਾਊਂ। ਕਿ ਉਹ ਬੀਬੀ ਕਹਿੰਦੇ ਜੇ 500 ਰੁਪਇਆ ਮਿਲ ਜੇ ਤੇ ਆਪਣੀ ਧੀ ਨੂੰ ਮੈਂ ਕੁਝ ਖੁੱਲ੍ਹ ਦਿਲੀ ਦੇ ਨਾਲ ਸੋਹਣਾ ਜਿਹਾ ਵਿਆਹ ਕਰਕੇ ਉਹਨੂੰ ਘਰੋਂ ਵਿਦਿਆ ਕਰ ਸਕਣੀ ਹੈ। ਮੇਰੇ ਮਨ ਦਾ ਇਹ ਚਾਹਤ ਹੈ ਕਿ ਘੱਟੋ ਘੱਟ ਇੰਨਾ ਕੁਝ ਕਰਾਂ। ਸੁਣ ਮੈਂ ਤਿਸ ਕੋ ਤਬ ਕਹਿਓ ਧਨ ਦੇਵੋ ਤੋਹੀ। ਭਾਈ ਬਿਧੀ ਚੰਦ ਕਹਿੰਦਾ ਕਿ ਉਸ ਬੀਬੀ ਨੂੰ ਤੂੰ ਸੁਣ ਕੇ ਮੈਂ ਕਿਹਾ ਕਿ ਕੋਈ ਗੱਲ ਨਹੀਂ, 500 ਰੁਪਏ ਨਾਲ ਹੋ ਜਾਏਗਾ, ਮੈਂ 500 ਦਾ ਇੰਤਜ਼ਾਮ ਕਰ ਦਿੰਦਾ, 500 ਮੈਂ ਦੇ ਦਿੰਦਾ। ਦਿਨ ਪੰਚਕ ਮਹਿ ਆਏ ਪੁੰਨ ਮਿਲਿਆ ਇਤ ਮੋਹੀ।
ਤੇ ਭਾਈ ਬਿਧੀ ਚੰਦ ਕਹਿੰਦੇ ਮੈਂ ਉਦੋਂ ਕਿਹਾ ਕਿ ਭੈਣੇ ਤੂੰ 5 ਦਿਨ ਬਾਅਦ ਆਈ। 5ਵੇਂ ਦਿਨ ਆ ਜੀ, ਇੱਥੇ ਘਰੋਂ ਹੀ ਆ ਕੇ 500 ਰੁਪਇਆ ਤੂੰ ਲੈ ਜੀ। ਹਰਖਤ ਆਪਣੇ ਘਰ ਗਈ ਮੈਂ ਯਤਨ ਵਿਚਾਰਾ, ਬੀਬੀ ਤਾਂ ਖੁਸ਼ ਹੋ ਗਈ, ਆਪਣੇ ਘਰ ਗਈ ਚਲੀ ਕਿ 500 ਰੁਪਇਆ ਮਿਲੇਗਾ। ਘਰ-ਬਾਰ ਜਿਹੜਾ ਉਹ ਤੋਂ ਵੇਖ ਕੇ ਰੱਖਿਆ ਹੋਇਆ ਸੀ, ਚਲੋ ਇਹਦੇ ਨਾਲ ਵਿਆਹ ਹੋ ਜਾਏਗਾ। ਪਰ ਭਾਈ ਬਿਧੀ ਚੰਦ ਕਹਿੰਦੇ ਫਿਰ ਮੈਂ ਵਿਚਾਰ ਕੀਤੀ ਕਿ 500 ਰੁਪਈਆ ਕਹਿ ਤੇ ਦਿੱਤਾ, ਇੰਨਾ ਸੌਖਾ ਨਹੀਂ ਸੀ, ਕਿਉਂਕਿ ਉਸ ਟਾਈਮ ਜਿਹੜੀਆਂ ਮੱਝਾਂ ਨੇ ਉਹ ਵੀ 1-1 2-2 ਰੁਪਏ ਦੀ ਆ ਜਾਂਦੀਆਂ ਸਨ, ਚੰਗੀਆਂ ਮੱਝਾਂ। ਤੇ 500 ਰੁਪਏ ਕਿੰਨੀ ਕੀਮਤ ਹੋਏਗੀ। ਜਹਾਂਗੀਰ ਕੀ ਬੇਗਮਾ ਸੁਣ ਪੰਥ ਮਝਾਰਾ। ਪਰ ਭਾਈ ਬਿਧੀ ਚੰਦ ਕਹਿੰਦੇ ਮੈਂ ਅਗਲੇ ਦਿਨ ਸੁਣਿਆ ਸੀ ਕਿ ਬਾਦਸ਼ਾਹ ਜਹਾਂਗੀਰ ਦੇ ਜਿਹੜੇ ਬੇਗਮਾਂ ਨੇ ਨਾ, ਉਹ ਲਾਹੌਰ ਤੋਂ ਕਿਸੇ ਪਾਸੇ ਨੂੰ ਜਾ ਰਹੀਆਂ ਨੇ, ਰਾਹ ਦੇ ਵਿੱਚ ਨੇ। ਤੇ ਜਦੋਂ ਬਾਦਸ਼ਾਹ ਰਾਹ ਦੇ ਵਿੱਚ ਜਾਂਦਾ ਹੋਵੇ ਫਿਰ ਰੋਜ਼ ਸ਼ਾਮ ਨੂੰ ਕਿਤੇ ਨਾ ਕਿਤੇ ਉਹਦਾ ਡੇਰਾ ਲੱਗਦਾ ਹੈ। ਪੱਤਣ ਚੰਬੇ ਦੂਣ ਕੋ ਡੇਰਾ ਤਹਿ ਘਾਲਾ। ਭਾਈ ਬਿਧੀ ਚੰਦ ਕਹਿੰਦੇ ਮੈਂ ਸੁਣਿਆ ਕਿ ਚੱਪੇ ਦੂਣ ਦੇ ਪੱਤਣ ਦੇ ਵਿੱਚ ਉਹਨਾਂ ਨੇ ਡੇਰਾ ਕੀਤਾ ਹੋਇਆ। ਸੁਣ ਕਰ ਮੈਂ ਨਿਸ਼ਚੈ ਭਲੇ ਤਿਨ ਕੀ ਦਿਸ ਚਾਲਾ। ਮੈਂ ਸੁਣ ਕੇ ਚੰਗੀ ਤਰ੍ਹਾਂ ਫਿਰ ਉਹ ਗੱਲ ਨੂੰ ਪੱਕਾ ਕੀਤਾ ਕਿ ਉੱਥੇ ਚੰਬੇ ਵਾਲੀ ਨੇ, ਚੰਬੇ ਦੂਣ ਦੇ ਪੱਤਣ ਵਿੱਚ ਹੀ ਨੇ। ਜਦੋਂ ਗੱਲ ਪੱਕੀ ਹੋ ਗਈ ਉੱਥੇ ਕਹਿੰਦਾ ਮੈਂ ਬਸ ਸੁਣ ਕੇ ਉਸ ਪਾਸੇ ਨੂੰ ਚੱਲ ਪਿਆ। ਪਹੁੰਚੋ ਦੇਖੋ ਜਾਏ ਤਬ ਸੰਗ ਮਾਨਵ ਜਾਲਾ। ਕਹਿੰਦੇ ਮੈਂ ਜਾ ਕੇ ਵੇਖ ਲਿਆ ਉਹਨਾਂ ਦਾ ਡੇਰਾ, ਪਰ ਕਿਉਂਕਿ ਬੇਗਮਾਂ ਨੇ ਬਾਦਸ਼ਾਹ ਦੀਆਂ, ਨਾਲ ਫਿਰ ਸੈਨਿਕ ਬਹੁਤ ਜ਼ਿਆਦਾ ਸਨ, ਬੰਦੇ ਤਾਂ ਹੋਣੇ ਸਨ, ਪਹਿਰੇਦਾਰ ਸੈਨਿਕ ਬੜੇ ਸਨ। ਲਾਏ ਘਾਤ ਨਿਕੇ ਰਹਿਓ ਨਿਸ ਤਿਮਰ ਵਿਸਾਲਾ। ਪਰ ਭਾਈ ਬਿਧੀ ਚੰਦ ਕਹਿੰਦਾ ਮੈਂ ਘਾਤ ਲਾ ਕੇ ਸਾਰਾ ਦਿਨ ਸੋਚਦਾ ਰਿਹਾ ਕਿ ਕਿਵੇਂ ਬੇਗਮਾਂ ਦੇ ਤੰਬੂ ਤੱਕ ਜਾਇਆ ਜਾਏ, ਕਿਉਂਕਿ ਬੇਗਮਾਂ ਨੇ ਇੰਨਾ ਕੁ ਤਾਂ ਉਹਨਾਂ ਨੇ ਆਮ ਹੀ ਰੱਖਿਆ ਹੁੰਦਾ ਸੀ, ਇੰਨਾ ਕੁ ਤਾਂ ਮਿਲ ਹੀ ਜਾਏਗਾ। ਸ਼ਾਮ ਤੱਕ ਰਾਤ ਤੱਕ ਮੈਂ ਘਾਤ ਲਾ ਕੇ ਦਾ ਲਾ ਕੇ ਵਿਚਾਰਦਾ ਰਿਹਾ। ਅਰਧ ਰਾਤ ਤਬ ਹੂੰ ਪਈ ਮਿਲ ਪਹਿਰੂ ਮਾਹੀ। ਕਹਿੰਦੇ ਜਦੋਂ ਅੱਧੇ ਕੁ ਰਾਤ ਹੋਈ ਭਾਈ ਬਿਧੀ ਚੰਦ ਕਹਿੰਦੇ ਕਿ ਮੈਂ ਫੌਜੀਆਂ ਵਾਲਾ ਸਿਪਾਹੀਆਂ ਵਾਲਾ ਪਹਿਰਾਵਾ ਪਾ ਲਿਆ। ਉਹਨਾਂ ਵਾਂਗੂ ਹੱਥ 'ਚ ਬਰਛਾ ਫੜਦਾ ਪਹਿਰੇਦਾਰ ਹੀ ਬਣ ਗਿਆ ਜੀ। ਉਹਨਾਂ ਪਹਿਰੇਦਾਰਾਂ ਦੇ ਵਿੱਚ ਹੀ ਜਾ ਕੇ ਮਿਲ ਗਿਆ, ਕਿਸੇ ਨੂੰ ਸ਼ੱਕ ਹੀ ਨਹੀਂ ਹੋਣ ਦਿੱਤਾ। ਜਹ ਪ੍ਰਿਅੰਕ ਬੇਗਮ ਹੁਤੋ ਪਹੁੰਚਿਓ ਤੇ ਸੰਪਾਹੀ। ਕਹਿੰਦੇ ਜਿੱਥੇ ਤੰਬੂ ਦੇ ਵਿੱਚ ਬੇਗਮਾਂ ਦਾ ਪਲੰਗ ਸੀ ਮੈਂ ਪਹੁੰਚ ਗਿਆ ਉੱਥੇ। ਵਿੱਚ ਤੰਬੂ ਕੇ ਸੁਬਤ ਸਭ ਦਾਸੇ ਗਣ ਜਈ। ਹੁਣ ਤੰਬੂ ਦੇ ਵਿੱਚ ਬੇਗਮ ਦਾ ਪਲੰਗ ਵੀ ਹੈ, ਤੰਬੂ ਦੇ ਵਿੱਚ 2-4 ਨਾਲ ਦਾਸੀਆਂ ਵੀ ਉਸੇ ਤੰਬੂ ਦੇ ਵਿੱਚ ਹੀ ਨੇ, ਸਾਰੀਆਂ ਸੁੱਤੀਆਂ ਪਈਆਂ ਨੇ। ਧਨ ਕੇ ਤਰੇ ਸੰਦੂਖ ਗਣ ਦੇਖੇ ਦਿੜ ਧਈ। ਤੰਬੂ ਦੇ ਵਿੱਚ ਭਾਈ ਬਿਧੀ ਚੰਦ ਮੈਂ ਵੇਖਿਆ ਕਿ ਵੱਡੇ ਵੱਡੇ ਸੰਦੂਕ ਪਏ ਨੇ, ਔਰ ਜਿਹੜਾ ਧਨ ਗਹਿਣਾ ਰੁਪਈਆ ਪੈਸਾ ਸੰਦੂਕਾਂ 'ਚ ਆਮ ਤੌਰ 'ਤੇ ਹੁੰਦਾ ਸੀ ਕਿ ਇਹ ਜਿਹੜਾ ਸੰਦੂਕ ਨੇ ਉਹ ਵੇਖੇ ਕਿ ਕੋਲ ਪਏ ਨੇ, ਔਰ ਇਹਨਾਂ ਦੇ ਵਿੱਚ ਕੁਝ ਨਾ ਕੁਝ ਲੱਭੇਗਾ। ਬੈਠਿਓ ਤਿਨ ਕੇ ਵਿੱਚ ਮੈਂ ਕਰਕੇ ਬਲ ਹੱਥਾ। ਭਾਈ ਬਿਧੀ ਚੰਦ ਕਹਿੰਦਾ ਕਿ ਮੈਂ ਉਹਨਾਂ ਦਾਸੀਆਂ ਦੇ ਵਿੱਚ ਹੀ ਜਾ ਕੇ ਬੈਠ ਗਿਆ। ਉਹ ਸੁੱਤੀਆਂ ਪਈਆਂ ਨੇ, ਮੈਂ ਸੰਦੂਕਾਂ ਦੇ ਕੋਲ ਬੈਠ ਗਿਆ ਇੱਕ ਪਾਸੇ ਨੂੰ ਹੋ ਕੇ। ਹੱਥ ਦੇ ਨਾਲ ਜ਼ੋਰ ਇਸ ਢੰਗ ਨਾਲ ਲਾਇਆ। ਤੋਰਿਓ ਤਾਰੋ ਏਕ ਕੋ ਪੁਰ ਜੋ ਤਨ ਸਾਥਾ। ਕਿ ਹੱਥ ਦੇ ਨਾਲ ਖਿੱਚ ਕੇ ਜਾਂ ਮਰੋੜ ਕੇ ਤਾਲਾ ਤੋੜ ਦਿੱਤਾ, ਜਿਹਦੇ ਨਾਲ ਆਵਾਜ਼ ਵੀ ਨਹੀਂ ਆਈ, ਕਿਉਂਕਿ ਜਿਹੜੇ ਚੋਰੀਆਂ ਕਰਦੇ ਨੇ ਫਿਰ ਉਹਨਾਂ ਨੂੰ ਢੰਗ ਹੁੰਦਾ ਕਿਵੇਂ ਤੋੜਨਾ ਹੈ। ਤਾਲਾ ਤੋੜ ਲਿਆ ਹੱਥ ਦੇ ਨਾਲ, ਔਰ ਉਹਦੇ ਵਿੱਚ ਬੇਗਮਾਂ ਦਾ ਧਨ ਵੀ ਪਿਆ ਹੋਇਆ ਸੀ। ਥਾਤੇ ਜਿਸਮੈ ਬਹੁਤ ਹੈ ਇੱਕ ਤਬੇ ਨਿਕਾਸੀ। ਤੇ ਧਨ ਦੀਆਂ ਥੈਲੀਆਂ ਉਦੋਂ ਕਿਉਂਕਿ ਸਿੱਕੇ ਹੁੰਦੇ ਸਨ ਆਮ ਤੌਰ 'ਤੇ ਉਹ ਥੈਲੀਆਂ ਦੇ ਵਿੱਚ ਪਾ ਕੇ ਰੱਖੇ ਹੁੰਦੇ ਸਨ। ਕਈ ਥੈਲੀਆਂ ਵਿੱਚ ਪਈਆਂ ਸਨ, ਮੈਂ ਉਹ ਕਈ ਵੇਖੀਆਂ ਥੈਲੀਆਂ। ਹੁਤੋ ਪੰਚ ਸਹਿਜ ਜਿਸ ਵਿਖੈ ਸੋ ਲੇਕਰ ਪਾਸੇ। ਤੇ ਥੈਲੀਆਂ ਦਾ ਅੰਦਾਜ਼ਾ ਲੱਗ ਜਾਂਦਾ ਸੀ ਇਹ 100 ਸਿੱਕੇ ਵਾਲੀ, 100 ਰੁਪਏ ਵਾਲੀ ਹੈ ਕਿ 200 ਵਾਲੀ ਜਾਂ 500 ਵਾਲੀ ਹੈ। ਇਸੇ ਤਰ੍ਹਾਂ ਹੁੰਦਾ ਸੀ ਨਾ 100 ਵਾਲੀ, 200 ਵਾਲੀ ਜਾਂ 500 ਵਾਲੀ।
ਜਿਹੜੇ 500 ਵਾਲੀ ਥੈਲੀ ਵੱਡੀ ਲੱਗੀ, ਕਹਿੰਦੇ ਜੇ 500 ਹੋਏਗਾ। ਭਾਈ ਬਿਧੀ ਚੰਦ ਕਹਿੰਦੇ ਉਹ ਥੈਲੀ ਮੈਂ ਪਾਈ ਆਪਣੀ ਜੇਬ 'ਚ। ਸੰਪਟ ਜੇਵਰ ਕੇ ਭਰੇ ਸਭ ਤਿਆਗਣ ਕੀਨੇ। ਪਰ ਭਾਈ ਬਿਧੀ ਚੰਦ ਕਹਿੰਦੇ ਹੋਰ ਥੈਲੀਆਂ ਵੀ ਧਨ ਦੀਆਂ ਭਰੀਆਂ ਪਈਆਂ ਸਨ, ਗਹਿਣੇ ਬੜੇ ਸਨ ਕਿ ਸੰਦੂਕ ਗਹਿਣੇ ਨਾਲ ਭਰਿਆ ਹੋਇਆ ਸੀ। ਖੋਲ ਖੋਲ ਧਰ ਕੇ ਤਹ ਨਹਿ ਕਰ ਮੈਂ ਲੀਨੇ। ਕਹਿੰਦੇ ਮੈਂ ਉਹਨਾਂ ਡੱਬਿਆਂ ਨੂੰ ਖੋਲ ਖੋਲ ਕੇ ਵੇਖਿਆ, ਜਿਹੜੇ ਗਹਿਣਿਆਂ ਦੇ ਵਿੱਚ ਹੀਰੇ ਚਮਕਦੇ ਸਨ, ਲੱਖਾਂ ਲੱਖਾਂ ਰੁਪਏ ਦੇ ਗਹਿਣੇ ਸਨ। ਖੋਲ ਖੋਲ ਕੇ ਵੇਖੇ ਜ਼ਰੂਰ, ਪਰ ਮੈਂ ਉਵੇਂ ਰੱਖ ਦਿੱਤੇ, ਉਹ ਗਹਿਣੇ ਲਏ ਨਹੀਂ, ਕਿਉਂਕਿ ਮੇਰੀ ਜ਼ਰੂਰਤ ਸਿਰਫ 500 ਸੀ ਜਿਹੜਾ ਬੀਬੀ ਨੂੰ ਦੇਣਾ ਸੀ। ਇੱਕ ਥਾਤੇ ਲੈ ਨਿਕਸਿਓ ਸਤਿਗੁਰ ਸਿਮਰੰਤਾ। ਕਹਿੰਦੇ ਉਦੋਂ ਭਾਈ ਬਿਧੀ ਚੰਦ ਕਹਿੰਦੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਸਿਮਰਨ ਕਰਦਾ ਹੋਇਆ ਮੈਂ 500 ਰੁਪਏ ਵਾਲੀ ਉਹ ਥੈਲੀ ਲੈ ਕੇ ਉੱਥੋਂ ਨਿਕਲਿਆ ਕਿ ਹੁਣ ਸਤਿਗੁਰੂ ਜੀ ਲਾਜ ਰੱਖੀ, ਕਿਉਂਕਿ ਮੈਂ ਆਪਣੇ ਵਾਸਤੇ ਨਹੀਂ, ਕਿਸੇ ਗਰੀਬ ਦੇ ਵਾਸਤੇ ਲੈ ਕੇ ਚੱਲਿਆ, ਗਰੀਬ ਦੀ ਧੀ ਵਾਸਤੇ ਲੈ ਕੇ ਚੱਲਿਆ, ਤੇ ਉਹਨੇ ਹੀ ਲੈ ਕੇ ਚੱਲਿਆ ਜਿੰਨੇ ਕੁ ਚਾਹੀਦੇ ਨੇ। ਸਭ ਕੇ ਦ੍ਰਿਸ਼ਟ ਬਚਾਏ ਕੇ ਆਇਓ ਉਤਲੰਤਾ। ਮੈਂ ਸਾਰਿਆਂ ਦੇ ਨਿਗਾਹ ਤੋਂ ਬਚਦਾ ਬਚਾਉਂਦਾ ਹੋਏ ਛੇਤੀ ਨਾਲ ਵਾਪਸ ਆਇਆ। ਦਿਜ ਨਾਰੇ ਕੋ ਦੇਣ ਤਬ ਤੁਨਜਾ ਨਿਜ ਵਿਆਹੀ। ਉਹ ਧਨ ਲਿਆ ਕੇ ਉਸ ਬੀਬੀ ਨੂੰ ਦਿੱਤਾ। ਉਹ ਲੈਣ ਵਾਸਤੇ ਆਈ, 500 ਰੁਪਇਆ ਉਹਨੂੰ ਦਿੱਤਾ, ਉਹਨੇ ਆਪਣੀ ਧੀ ਦਾ ਵਿਆਹ ਖੁੱਲ੍ਹਾ ਕੀਤਾ। ਇਮ ਕੇਨਸ ਉਪਕਾਰ ਕੋ ਮੈਂ ਲੇਨਸ ਨਾਹੀ। ਭਾਈ ਬਿਧੀ ਚੰਦ ਕਹਿੰਦੇ ਕਿ ਮੈਂ ਗੁਰੂ ਸਾਹਿਬ ਦੇ ਬਚਨਾਂ ਨੂੰ ਵੀ ਕਮਾਇਆ, ਉਹਦੇ ਵਿੱਚੋਂ 1 ਵੀ ਰੁਪਈਆ ਆਪ ਨਹੀਂ ਰੱਖਿਆ, ਬਸ ਪਰਉਪਕਾਰ ਕੀਤਾ, ਜਿੰਨੇ ਕੁ ਨੂੰ ਚਾਹੀਦੇ ਸਨ ਲਿਆ ਕੇ ਦੇ ਦਿੱਤੇ। ਔਰ ਜਿੱਥੋਂ ਲਿਆਏ ਇਹ ਵੀ ਪਤਾ ਸੀ ਕਿ ਇਹਨਾਂ ਦੀ ਕਿਹੜਾ ਹੱਕ ਦੀ ਕਮਾਈ ਹੈ, ਇਹਨਾਂ ਗਰੀਬਾਂ ਦਾ ਖੂਨ ਨਿਚੋੜ ਨਿਚੋੜ ਕੇ ਇਕੱਠੀ ਕੀਤੀ ਸੀ। ਬਹੁਰ ਸੁਣੋ ਜਬ ਭਰਾਤ ਪੇ ਬੇਗਮ ਤਬ ਜਾਗੇ। ਤੇ ਭਾਈ ਬਿਧੀ ਚੰਦ ਕਹਿੰਦੇ ਅੱਗੇ ਸੁਣੋ, ਜਦੋਂ ਉਸ ਦਿਨ ਹੋਇਆ ਬੇਗਮਾਂ ਨੇ ਜਾਗਣਾ ਸੀ। ਬੇਗਮ ਉੱਠੀ ਹੈ, ਸੰਪਟ ਜਵਰ ਖੁੱਲੇ ਗੜ ਤਿਨ ਹੇਰਨ ਲਾਗੇ। ਗਹਿਣਿਆਂ ਵਾਲੇ ਡੱਬੇ ਖੁੱਲੇ ਹੋਏ ਨੇ, 9-9 ਲੱਖੇ ਵਿੱਚ ਹਾਰ ਪਏ ਨੇ। ਬੇਗਮ ਉਹਨਾਂ ਡੱਬਿਆਂ ਨੂੰ ਵੇਖਦੇ, ਗਹਿਣੇ ਵੀ ਵਿੱਚ ਨੇ, ਅੱਖਾਂ ਖੁੱਲੀਆਂ ਰਹਿ ਗਈਆਂ ਕਿ ਰਾਤ ਨੂੰ ਤਾਲਾ ਕਿਹਨੇ ਤੋੜ ਦਿੱਤਾ, ਇਹ ਗਹਿਣੇ ਦੇ ਡੱਬੇ ਖੋਲ੍ਹੇ ਕਿਹਨੇ। 10 ਬਰਿੰਦ ਜਗਾਏ ਕਰ ਪਾਇਓ ਬੜ ਰੌਰਾ। ਬੇਗਮ ਨੇ ਰੌਲਾ ਪਾਇਆ, ਸਾਰੀਆਂ ਦਾਸੀਆਂ ਨੂੰ ਆਵਾਜ਼ਾਂ ਮਾਰ ਮਾਰ ਕੇ ਉਠਾਇਆ ਕਿ ਸੰਦੂਕ ਕਿਹਨੇ ਖੋਲ੍ਹਿਆ, ਇਹ ਗਹਿਣਿਆਂ ਵਾਲੇ ਡੱਬੇ ਕਿਵੇਂ ਖੁੱਲ੍ਹ ਗਏ। ਸਰਬ ਸੰਭਾਰਨ ਕਰਤ ਪੇਤ ਉਤ ਧਨ ਟੋਰਾ। ਸਾਰੇ ਗਹਿਣਿਆਂ ਨੂੰ ਸੰਭਾਲਿਆ, ਗਹਿਣੇ ਪੂਰੇ। ਇੱਧਰ ਉੱਧਰੋਂ ਧਨ ਦਾ ਵੀ ਅੰਦਾਜ਼ਾ ਸੀ ਕਿ ਕਿੰਨੀਆਂ ਕੁ ਥੈਲੀਆਂ ਨੇ, ਧਨ ਵੀ ਦੇਖਿਆ। ਤਸਕਰ ਇੱਕ ਥਾਤੇ ਲਏ ਔਰੈ ਸਭ ਸ਼ੋਰਾ। ਦਾਸੀਆਂ ਨੇ ਜਦੋਂ ਥੈਲੀਆਂ ਗਿਣੀਆਂ ਤੇ ਦਾਸੀਆਂ ਨੇ ਕਿਹਾ ਕਿ ਬੇਗਮ ਸਾਹਿਬਾ, ਇੱਕ ਥੈਲੀ 500 ਸਿੱਕੇ ਵਾਲੀ, 500 ਚਾਂਦੀ ਦੇ ਸਿੱਕੇ ਜਿੰਦੇ ਸੀ ਨੇ, ਉਹ ਨਹੀਂ, ਵਿੱਚੋਂ ਕੋਈ ਲੱਗਦਾ ਚੋਰ ਲੈ ਗਿਆ, ਬਾਕੀ ਦਾ ਧਨ ਸਾਰਾ ਹੀ ਛੱਡ ਗਿਆ। ਇਹ ਕੈਸੇ ਕਾਰਨ ਭਇਓ ਬਹੁ ਤਜਲੇ ਥੋਰਾ। ਬੇਗਮ ਸੁਣ ਕੇ ਹੈਰਾਨ ਹੋ ਗਈ ਕਿ ਕਿਵੇਂ ਹੋ ਗਿਆ ਕਿ ਲੱਖਾਂ ਰੁਪਈਏ ਦੇ ਗਹਿਣੇ ਛੱਡ ਕੇ ਇਹ ਥੋੜ੍ਹਾ ਜਿਹਾ ਧਨ ਕੇ ਕੇਵਲ 500 ਦੀ ਕੋਈ ਥੈਲੀ ਲੈ ਗਿਆ। ਜੇ ਕੋਈ ਚੋਰ ਆਇਆ ਸੀ, ਕਿਉਂਕਿ ਸ਼ੱਕ ਤੇ ਦਾਸੀਆਂ 'ਤੇ ਵੀ ਗਿਆ ਕਿ ਜੇ ਕੋਈ ਚੋਰ ਬਾਹਰੋਂ ਆਇਆ ਸੀ ਉਹ ਸਾਰਾ ਹੀ ਲੈ ਕੇ ਜਾਂਦਾ, ਇਕੱਲੀ ਇੱਕ ਥੈਲੀ ਲੈ ਕੇ ਜਾਣੀ ਸੀ, ਬਾਕੀ ਚੁੱਕਣ ਲੱਗਿਆ ਉਹਨੂੰ ਕਿੰਨਾ ਕੁ ਭਾਰ ਲੱਗਣਾ ਸੀ। ਜਹਾਂਗੀਰ ਟਿਕ ਜਾਏ ਕਰ ਕਹਿ ਗਤ ਸੁਣਾਈ। ਹੁਣ ਜਦੋਂ ਦਿਨ ਚੜ੍ਹਿਆ, ਬੇਗਮ ਜਹਾਂਗੀਰ ਦੇ ਕੋਲ ਗਈ, ਦਾਸੀ ਨੂੰ ਭੇਜਿਆ। ਜਹਾਂਗੀਰ ਆਇਆ, ਸਾਰੀ ਗਾਥਾ ਜਹਾਂਗੀਰ ਨੂੰ ਸੁਣਾਈ। ਜੇਵਰ ਲਾਖੋ ਕੇ ਤਜੇ ਤਸਕਰ ਇੱਕ ਆਈ ਕਿ ਰਾਤ ਨੂੰ ਇੱਕ ਚੋਰ ਆ ਗਿਆ। ਪਰ ਹੈਰਾਨੀ ਇਸ ਗੱਲ ਦੀ ਕਿ ਲੱਖਾਂ ਦੇ ਗਹਿਣੇ ਉਹ ਛੱਡ ਗਿਆ ਹੈ। ਧਨ ਦੀਆਂ ਥੈਲੀਆਂ ਹੋਰ ਵੀ ਬੜੀਆਂ ਸਨ, ਸਿਰਫ ਇੱਕ 5 ਦਰਬ 5 ਸੈ ਲੈ ਗਇਓ ਕੁਛ ਜਾਏ ਨਾ ਜਾਣਾ। ਇਹ ਸਮਝ ਨਹੀਂ ਆਉਂਦੀ, ਕੋਈ ਇਕੱਲੀ ਕੋਈ 500 ਦੀ ਥੈਲੀ ਲੈਣ ਆਇਆ ਸੀ, ਇੱਕੋ 500 ਦੀ ਥੈਲੀ ਲੈ ਕੇ ਗਿਆ ਹੈ। ਬਿਸਮਤ ਮਤ ਸਗਰੇ ਭਏ ਰਿਸ ਸ਼ਾਹੋ ਮਹਾਨਾ। ਸਾਰੇ ਸੁਣ ਕੇ ਹੈਰਾਨ, ਬਾਦਸ਼ਾਹ ਵੀ ਹੈਰਾਨ, ਪਰ ਬਾਦਸ਼ਾਹ ਗੁੱਸੇ ਵਿੱਚ ਬੜਾ ਕਿ 500 ਦੀ ਥੈਲੀ ਵੀ ਭਾਵੇਂ ਕੋਈ ਲੈ ਕੇ ਤੇ ਚੋਰੀ ਕਰਕੇ ਗਿਆ।
ये होया किवें? निकट निकट के ग्राम जे सब पकड़ मंगाए, क्योंकि बादशाह सी, डेरा अगे लैके जाना सी पर उत्थे रख लिया। ये तो पता से कि कोई बहुते दूरों तो नहीं आया, नेड़े नेड़े किसी पिंड चो आया होना। नेड़े ते जिन्ने पिंड सन, पिंडां दे सारे लोग सद ले। दही सजाए अनेक बिद देह चोर दिखाए। और पिंडां दे विचों पुछया गया कि चोरियां करने वाला बंदा कौन है, किन्ने कीती होएगी। नहीं तो सारे पिंडां वालियां नूं बन के सजा दित्ती, सब नूं कुट्टिया कि दसो चोर कौन है, किहड़ा 500 रुपये लैके गया। ना है तो पांसे डार कै सब करो बिनासा। बादशाह ने कह दिता कि अपने अपने पिंडां विचों जाके लभो चोर, सानू दसो, नहीं तो जिन्ने पिंड ने सारे नूं फाहे ला के मार देगा। सकल ग्राम को खोज कर आनो ते पासा। अपने सारे पिंडां विच जाके लभो, जिहड़ा चोर है पुछ-गिछ करके लिया के मेरे सामने पेश करो। ग्राम सरहाले के गए तिन बाक बखाना। हुण सरहाली पिंड के लोग भी उत्थे आए सन। वो कहते बादशाह से पुछ लेने, पुछ-गिछ कर लेने। हुण जदों जाके सरहाली पहुँचे, जाके उन्होंने पुछया, विद्या हमरो दोहिता अतिशय बुधवाना। कि बादशाह सरहाली जाके से पुछने साडे पिंड का दोता है, क्योंकि पिंड का दोता एक का दोता होए सारे पिंड के दोता हुंदा है, कि इवें दा बुद्धिवान तो ही है। हो सकता काम भी उन्हें किया होए, नहीं तो बादशाह चोर के बारे दस जरूर सकता कि चोरी किन्ने की होएगी। सानू समा दो, असीं जाके पुछने। उपकारे सो करै गो तुमरो दुख हन्ना। सरहाली पिंड के लोग गए, वो कहते ने नाल दे नूं थोड़ा जा हौसला दे गए कि भाई बिधि चंद परोपकारी है, कि भाई जो ने चोरी ना भी की हुई, जा तो अपने सिर लवेगा, तो जा कोई ना कोई हल कढ़ेगा, तुहानू बचाएगा दुख तो। गमनो बुझे ताहे को कह कीन पियाना। जदों बादशाह नूं कहा सी जाके पुछ-गिछ कर लिया, बादशाह कहंदा जाओ छेती जाके पुछ-गिछ करके आओ। हुण सरहाली पिंड के लोग उत्थों सरहाली गए ने। अगे जाके जिवें बिधि चंद नूं पुछना है, बिधि चंद ये अपनी कथा अपनी जुबानी आप ही सुना रहे ने। अगर प्रसंग आपां कल विचारांगे समय के मुताबिक। इतनी बेनतियां प्रवान करनियां जी हुई भुलां दी खिमा। आओ एक दो बारी रसना नूं पवित्र करिए, फिर समाप्ति है जी। वाहेगुरु 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 वाहेगुरु।